अस्सलाम वालेकुम जी। आज हम फिर एक बार फिर मौजूद हैं भाई हैदरी मलक जंग साहब के साथ। और आज जिस टॉपिक पे हम बात करना चाह रहे हैं उसमें जो है जिन लोगों के ज़िम्मेदारा करते हैं और पट्टे खिंच जाते हैं और काफ़ी मसले मसाइल आ रहे होते हैं, तो उस सिलसिले में हम बातचीत करेंगे हैदरी भाई से और इनसे एक बहुत अच्छा नुस्खा आज आपको बताएंगे। जी हैदरी भाई। अस्सलाम वालेकुम जी। वालेकुम सलाम। मेरा भाई ਜਿਹੜੇ किसान लोग हैं ਜ਼ਿਮੀਦਾਰ लोग हैं अपने खेतों वाई काम कुम करते हैं। ਉਸ ਤੋਂ ਬਾਅਦ ਪੱਠੇ ਖਿੱਚੀ ਜਾਂਦੇ ਨੇ, ਕਦੀ ਕਮਰ ਦਾ ਦਰਦ ਹੋ ਜਾਂਦਾ ਹੈ, ਕਦੀ ਬਾਹਾਂ ਖਿੱਚਣੀਆਂ ਸ਼ੁਰੂ ਹੋ ਜਾਂਦੀਆਂ ਨੇ, ਸੁੰਨ ਹੋ ਜਾਂਦੀਆਂ ਨੇ। ਇਹ ਉਹਦੇ ਵਾਸਤੇ ਮੇਰਾ ਭਾਈ ਇੱਕ ਨੁਸਖਾ ਹੈ। ਸਾਡੇ ਚਾਚੂ ਹਕੀਮ ਨੇ ਸਾਨੂੰ ਨਾ ਦੱਸਿਆ ਹੈ, ਅੱਲਾਹ ਪਾਕ ਨਾਲ ਜੰਨਤ ਦੀ ਜਗ੍ਹਾ ਦੇਵੇ। ਉਹ ਕਹਿ ਗਏ ਨੇ ਕਿ ਛੋਟਾ ਜਿਹਾ ਨੁਸਖਾ ਹੈ, ਤੁਸੀਂ ਘਰ ਵੀ ਇਸਤੇਮਾਲ ਕਰ ਸਕਦੇ ਹੋ, ਘਰ ਵਿੱਚ ਵੀ ਬਣਾ ਸਕਦੇ ਹੋ। ਤੇ ਉਹ ਨੁਸਖਾ ਜਨਾਬ ਮੈਂ ਤੁਹਾਨੂੰ ਦੱਸਦਾ। ਨੁਸਖਾ ਬਿਲਕੁਲ ਸਸਤਾ ਜਿਹਾ ਹੈ, ਹਰ ਕੋਈ ਲੈ ਸਕਦਾ ਹੈ, ਘਰ ਗਰੀਬ ਵੀ ਲੈ ਸਕਦਾ ਹੈ, ਅਮੀਰ ਵੀ ਲੈ ਸਕਦਾ ਹੈ। ਨੁਸਖਾ ਜ਼ਰਾ ਸੁਣ ਲਓ गौर ना कि 4 अदद बादाम एक खुराक का मैं दसदा पाया तुहानूं। अगर तुसीं इकट्ठा बना के रखना चाहते हो तो फिर ये चीज़ां वधा लो। एक खुराक वास्ते 4 अदद बादाम, 2 अदद छोटी इलाची ते 4 अदद सुक्के छुहारे, गिले नहीं सुक्के छुहारे। उन्होंने पहले तुसीं दौरे दे विच कुट लैना, कुट के उन्हों का सफूफ बना लेना। सफूफ बना के 1 चमची ਤੁਸੀਂ 1.5 ਪਾ ਦੁੱਧ ਹੋ ਜਾਵੇ ਜਾਂ ਅੱਧਾ ਕਿਲੋ ਦੁੱਧ ਹੋ ਜਾਵੇ, ਉਹਦੇ ਵਿੱਚ ਉਬਾਲ ਕਰ ਲਓ ਅੱਛੀ ਤਰ੍ਹਾਂ। ਨਹੀਂ 5-6 ਤੁਸੀਂ ਉਬਾਲ ਦੁੱਧ ਨੂੰ ਜ਼ਰੂਰ ਦੇਣੇ। ਜਿਸ ਵੇਲੇ ਵੇਖੋ ਕਿ ਉਹ ਚੀਜ਼ਾਂ ਵਿੱਚ ਦੁੱਧ ਦੀ ਮਿਕਸ ਹੋ ਗਈਆਂ, ਉਸ ਵੇਲੇ ਜਨਾਬ ਉਸ ਨੂੰ ਲਾ ਲੈਣਾ। ਲਾ ਕੇ ਨੀਮ ਗਰਮ ਕਰਕੇ ਉਸ ਨੂੰ ਪੀ ਲੈਣਾ। ਪੀ ਕੇ ਤਕਰੀਬਨ ਕੋਈ 70-80 ਕਦਮ ਪੈਦਲ ਚੱਲਣਾ। ਉਸ ਤੋਂ ਬਾਅਦ ਤੁਸੀਂ ਸੋ ਜਾਣਾ। 1 ਹਫ਼ਤਾ ਮੇਰਾ ਬਿਰਾ ਕਰੋ, ਤੁਹਾਡੇ ਪੱਠਿਆਂ ਦਾ ਦਰਦ ਖਤਮ, ਤੁਹਾਡੇ ਜਿਸਮ ਦਾ ਜਿਹੜਾ ਸੁੰਨ ਹੋ ਜਾਂਦਾ ਹੈ ਉਹ ਖਤਮ, ਤੁਹਾਡਾ ਮਿਹਦਾ ਠੀਕ, ਹਰ ਚੀਜ਼ ਤੁਹਾਡੀ ਠੀਕ ਹੋ ਜਾਏਗੀ। ਇਹ ਸ਼ਰਤੀਆ ਇਲਾਜ ਹੈ, ਇਹ ਮੈਂ ਖੁਦ ਕਰਕੇ ਵੇਖਿਆ। ਮੇਰੇ ਪੱਠੇ ਖਿੱਚੀ ਗਏ ਸੀ ਔਰ ਮੈਂ ਕੋਈ ਕੰਮ ਵੀ ਕਰਦਾ ਸੀ ਨਾ, ਸਾਡਾ ਆਪਣਾ ਯਾਨੀ ਕਿ ਜ਼ਿਮੀਦਾਰ ਹੈ, ਉੱਥੇ ਕੋਈ ਕੰਮ ਵੀ ਮੈਂ ਕਰਦਾ ਸੀ, ਕੋਈ ਕਮਾਨ ਚੁੱਕਦਾ ਸੀ ਜਾਂ ਪੱਠੇ ਚੁੱਕਦਾ ਸੀ ਕਿ ਮੇਰੀ ਕਮਰ ਨੂੰ ਦਰਦ ਹੋ ਜਾਂਦਾ ਸੀ। ਇਹ ਮੈਂ 1 ਮਹੀਨਾ ਇਸਤੇਮਾਲ ਕੀਤਾ ਹੈ ਮੇਰੇ ਭਾਈयों, ਔਰ ਅੱਜ ਤੱਕ ਨਾ ਮੈਨੂੰ ਕਮਰ ਦਾ ਦਰਦ ਹੋਇਆ ਔਰ ਨਾ ਮੈਨੂੰ ਪੱਠਿਆਂ ਦਾ। ਇਹ ਮੇਰੇ ਵੀਰਾਂ ਤੁਸੀਂ ਕਰੋ। ਮੈਂ ਵੀ ਗਰੀਬ ਬੰਦਾ, ਤੁਸੀਂ ਵੀ ਗਰੀਬ ਹੋ, ਅੱਲਾਹ ਪਾਕ ਤੁਹਾਨੂੰ ਸ਼ਫਾ ਦੇ।